ਸਤਿ ਸ਼੍ਰੀ ਅਕਾਲ। ਅੱਜ ਆਪਾਂ ਜਿਹੜੀ 28 ਅਪ੍ਰੈਲ 2021 ਦਿਨ ਬੁੱਧਵਾਰ ਮੈਂ ਲੁਧਿਆਣੇ ਜ਼ਿਲ੍ਹੇ ਦੇ ਜਿਹੜੇ ਵਾਸੀ ਨੇ ਉਹਨਾਂ ਨਾਲ ਕੋਵਿਡ ਬਾਰੇ ਸਾਰੀ ਸਥਿਤੀ ਜਿਹੜੀ ਹੈਗੀ ਹੈ ਸਪਸ਼ਟ ਤੌਰ ਤੇ ਸਾਂਝੀ ਕਰਨ ਲੱਗੇ ਹਾਂ। ਪਹਿਲੀ ਗੱਲ ਤਾਂ ਇਹ ਹੈ, ਅੱਜ ਆਪਾਂ ਇੱਕ ਦੂਜੀ ਵੇਵ ਦੇ ਬਹੁਤ ਹੀ ਵਿਕਟ ਸਥਿਤੀ ਦੇ ਸਮੇਂ ਇੱਕ ਦੂਜੇ ਦੇ ਰੂਬਰੂ ਹੋ ਰਹੇ ਆ। ਪੂਰੇ ਦੇਸ਼ ਦੀਆਂ ਭਿਆਨਕ ਤਸਵੀਰਾਂ ਤੁਸੀਂ ਟੀਵੀ ਤੇ ਦੇਖ ਰਹੇ ਹੋਵੋਗੇ। ਕੋਈ ਆਮ ਬੰਦੇ ਦਾ ਵੀ ਦਿਲ ਹਿਲ ਜਾਂਦਾ। ਪੰਜਾਬ ਦੀ ਸਰਕਾਰ ਆਪਣੇ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਸੀਐਮ ਸਾਹਿਬ ਦੇ ਆਦੇਸ਼ਾਂ ਅਨੁਸਾਰ ਅਸੀਂ ਲਗਾਤਾਰ 1 ਸਾਲ ਤੋਂ ਇਸ ਮੋਰਚੇ ਤੇ ਡਟੇ ਹੋਏ ਹਾਂ ਔਰ ਇਹਨਾਂ ਮਿਹਨਤ ਔਰ ਤੁਹਾਡੇ ਸਹਿਯੋਗ ਕਰਕੇ ਹੀ ਅੱਜ ਪੰਜਾਬ ਮਾੜਾ ਮੋਟਾ ਬਚਿਆ ਹੋਇਆ। ਪਰ ਜੇ ਹੁਣ ਵੀ ਆਪਾਂ ਨਹੀਂ ਸੰਭਲਾਂਗੇ ਤਾਂ ਤੁਸੀਂ ਦਿੱਲੀ, ਮੁੰਬਈ, ਨਿਊਯਾਰਕ ਵਗੈਰਾ ਦਾ ਹਾਲ ਦੇਖ ਲਿਆ। ਅੱਜ ਮੈਂ ਬੜੇ ਸੀਰੀਅਸ ਨੋਟ ਤੇ ਤੁਹਾਡੇ ਨਾਲ ਗੱਲ ਕਰਨੀ ਹੈ। ਬਹੁਤ ਸਾਰੇ ਲੋਕਾਂ ਨੇ ਆ ਦੇਖੋ, 1 2 3 4 ਪੰਨੇ ਤਾਂ ਸਵਾਲਾਂ ਨਾਲ ਭਰ ਗਏ। ਮਤਲਬ ਲੋਕ ਲੋਕਡਾਊਨ ਨੂੰ ਇਸ ਤਰ੍ਹਾਂ ਸਮਝ ਰਹੇ ਵੀ ਐਜ਼ ਇਫ ਕੋਈ ਥਿਓਰੀਟੀਕਲ ਐਕਸਰਸਾਈਜ਼ ਹੁੰਦੀ ਹੈ ਵੀ ਉਸ ਤੇ ਪੁੱਛ ਕੇ ਅਸੀਂ ਕਿਵੇਂ ਲੋਕਡਾਊਨ ਤੋਂ ਬਚੀਏ, ਕਿਵੇਂ ਬਾਹਰ ਜਾਈਏ। ਯਾਰ ਇਹ ਗੱਲ ਆਪਦੀ ਜਾਨ ਬਚਾਉਣ ਦਾ ਸਵਾਲ ਹੈਗਾ। ਮਤਲਬ ਜਿਵੇਂ ਕੋਈ ਵਾਰ ਲੱਗੀ ਹੁੰਦੀ ਹੈ, ਬਾਹਰ ਕੋਈ ਨਿਊਕਲੀਅਰ ਬੰਬ ਫਟ ਰਿਹਾ ਹੋਵੇ, ਬੰਦੇ ਦੀ ਜਾਨ ਜਾਣ ਵਾਲੀ ਹੋਵੇ, ਸਾਇਰਨ ਵੱਜਿਆ ਹੋਵੇ, ਬੰਦਾ ਸੋਚਦਾ ਮੈਂ ਬੰਕਰ 'ਚ ਲੁਕਾਂ। ਔਰ ਇਹ ਇੰਨੇ ਸਾਰੇ ਸਵਾਲ ਕਰਕੇ ਬੰਦੇ ਐਸੇ ਕੋਈ ਤਰੀਕੇ ਲੱਭ ਰਹੇ ਆ ਵੀ ਕੋਈ ਐਸਾ ਤਰੀਕਾ ਮਿਲ ਜੇ ਵੀ ਅਸੀਂ ਬਾਹਰ ਚਲੇ ਜਾਈਏ। ਔਰ ਵਾਇਰਸ ਕੀ ਹੈ? ਵਾਇਰਸ ਵੀ ਇੱਕ ਤਰ੍ਹਾਂ ਦੀ ਤੁਹਾਡੀ ਜਾਨ 'ਤੇ ਅਟੈਕ ਹੀ ਹੈ। ਪਰ ਫਿਰ ਵੀ ਪਹਿਲਾਂ ਮੈਂ ਇਸ ਲੋਕਡਾਊਨ ਦੇ ਥਿਓਰੀਟੀਕਲ ਗੱਲਾਂ 'ਤੇ ਜਵਾਬ ਦਊਂਗਾ। ਔਰ ਉਹ ਜਵਾਬ ਇਸ ਕਰਕੇ ਵੀ ਜ਼ਰੂਰੀ ਹੈ, ਕਈ ਬੰਦੇ ਵਿਚਾਰੇ ਰੋਜ਼ ਦਾ ਕਮਾਉਂਦੇ ਆ, ਰੋਜ਼ ਦਾ ਖਾਂਦੇ ਆ, ਉਹਨਾਂ ਦੇ ਲਈ ਜ਼ਰੂਰੀ ਨੇ। ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਸ਼ਨੀ ਐਤਵਾਰ ਨੂੰ ਸਾਰੀਆਂ ਦੁਕਾਨਾਂ, ਸਾਰੇ ਮਲਟੀਪਲੈਕਸ ਵਗੈਰਾ ਸਾਰੇ ਬੰਦ ਰਹਿਣਗੇ। ਸਿਰਫ ਜ਼ਰੂਰੀ ਚੀਜ਼ਾਂ ਨੂੰ ਛੱਡ ਕੇ। ਜ਼ਰੂਰੀ ਚੀਜ਼ਾਂ 'ਚ ਕੀ ਆਉਂਦਾ ਹੈ? ਜ਼ਰੂਰੀ ਚੀਜ਼ਾਂ ਉਹ ਨੇ ਜਿਹੜੀਆਂ ਰੋਜ਼ ਦੀ ਰੋਜ਼ ਹੀ ਬੰਦਾ ਵਰਤਦਾ ਹੈਗਾ। ਜਿਵੇਂ ਸਾਡੇ ਐਂਬੂਲੈਂਸ ਚੱਲਣੇ ਹੈਗੇ ਤਾਂ ਉਹਦੇ ਲਈ ਪੈਟਰੋਲ ਡੀਜ਼ਲ ਚਾਹੀਦਾ, ਪੈਟਰੋਲ ਪੰਪ ਖੁੱਲ੍ਹੇ ਰਹਿਣਗੇ। LPG ਜਿਹੜੀ ਗੈਸ ਹੈ, ਬਹੁਤ ਸਾਰੇ ਵਹੀਕਲ ਉਸ 'ਤੇ ਚੱਲਦੇ ਹੈ, ਜਾਂ ਸਾਡੀ ਜਿਹੜੀ CNG ਗੈਸ ਹੈ ਉਸ 'ਤੇ ਚੱਲਦੇ ਆ। ਔਰ LPG ਰਸੋਈ 'ਚ ਵੀ ਵਰਤੀ ਜਾਂਦੀ ਹੈ। LPG ਗੈਸ ਦੇ ਗੋਦਾਮ ਜਾਂ LPG ਦੇ ਜਿਹੜੇ ਸ਼ੋਅਰੂਮ ਨੇ ਉਹ। ਫਿਰ ਉਸ ਤੋਂ ਬਾਅਦ ਦੁੱਧੀ ਨੇ ਜਿਹੜੇ ਰੋਜ਼ ਦੀ ਰੋਜ਼ ਤਾਜ਼ਾ ਦੁੱਧ ਪਾਉਂਦੇ ਨੇ, ਉਹ ਸਾਡੇ ਕਿਸਾਨਾਂ ਦਾ ਵੀ ਜੁੜਿਆ ਹੋਇਆ ਕੰਮ ਹੈ। ਸੋ ਜਿਹਦੇ ਕੋਲੇ ਮਿਲਕ ਦਾ ਢੋਲ ਹੈਗਾ, ਦੁੱਧ ਦਾ ਢੋਲ ਹੈ, ਉਹੀ ਉਹਦਾ ਪਾਸ ਹੈ। ਜਾਂ ਕੋਈ ਵੇਰਕਾ ਦਾ ਜਾਂ ਹੋਰ ਦੂਜਾ ਤੀਜਾ ਜਿਹੜਾ ਪੈਕ ਕਰਕੇ ਦੁੱਧ ਵੇਚਦੇ ਨੇ, ਜਾਂ ਦੁੱਧ ਨੂੰ ਕਿਸੇ ਟੈਂਕਰ ਟੈਂਪੂ 'ਤੇ ਪਿੱਛੇ ਧਰ ਕੇ ਵੇਚਦੇ ਹੈਗੇ ਨੇ, ਖੁੱਲ੍ਹਾ ਵੇਚਣ ਜਾਂ ਪੈਕਟਾਂ 'ਚ ਵੇਚਣ, ਉਹਨਾਂ ਨੂੰ ਕਿਸੇ ਪਾਸ ਦੀ ਲੋੜ ਨਹੀਂ। ਫਿਰ ਉਸ ਤੋਂ ਬਾਅਦ ਤਾਜ਼ੀ ਸਬਜ਼ੀ ਹੈਗੀ ਹੈ। ਸਬਜ਼ੀ ਮੀਨਸ ਰੇਹੜੀਆਂ ਵਗੈਰਾ ਦੇ ਉੱਪਰ। ਪਰ ਇਹ 2 ਦਿਨ ਮੈਂ ਤੇ CP ਸਾਹਿਬ ਕਰਕੇ ਅਸੀਂ ਜਿਹੜੀ ਮਾਰਕੀਟ ਕਮੇਟੀ ਆ ਉਹਨੂੰ ਕਲੀਅਰ ਕਰ ਦਾਂਗੇ, ਕਿਉਂਕਿ ਇਸ 2 ਦਿਨ ਅਸੀਂ ਮਾਰਕੀਟ ਬੰਦ ਰੱਖਾਂਗੇ। ਆਮ ਦੋਸ਼ ਲੱਗਦੇ ਨੇ ਕਿ ਮੇਨ ਸਬਜ਼ੀ ਮੰਡੀ ਦੇ ਅੰਦਰ ਸਭ ਤੋਂ ਜ਼ਿਆਦਾ ਭੀੜ ਲੱਗਦੀ ਹੈ, ਬਹੁਤ ਸਾਰੇ ਸਾਡੇ ਭਾਈ ਉੱਥੇ ਬਿਮਾਰ ਹੋ ਰਹੇ ਨੇ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਮਤਲਬ ਰੇਹੜੀ ਦੇ ਉੱਪਰ ਚੱਲ ਕੇ ਚਲਦੀ ਫਿਰਦੀ ਰੇਹੜੀ ਅਲਾਊਡ ਹੋਊਗੀ। ਇਹ ਨਹੀਂ ਵੀ ਇੱਕ ਜਗ੍ਹਾ 100 ਰੇਹੜੀਆਂ ਖੜੀਆਂ ਕਰੀਏ ਆਪਾਂ। ਫਿਰ ਉਸ ਤੋਂ ਬਾਅਦ ਰੋਜ਼ ਦੀ ਰੋਜ਼ ਸਵੇਰੇ 9 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਜਿਹੜੀਆਂ ਦੁਕਾਨਾਂ ਖੁੱਲ੍ਹਣਗੀਆਂ। 6 ਵਜੇ ਤੋਂ ਬਾਅਦ ਸਵੇਰ ਦੇ 9 ਵਜੇ ਤੱਕ ਅਗਲੇ ਦਿਨ 8 ਵਜੇ ਤੱਕ ਸਵੇਰੇ ਇਹ ਜਿਹੜਾ ਕਰਫਿਊ ਰਹੇਗਾ। ਵੀਕਐਂਡ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ। ਜਿਸ ਦਿਨ ਸ਼ੁੱਕਰਵਾਰ ਹੋਊਗਾ, ਸ਼ੁੱਕਰਵਾਰ ਸ਼ਾਮ ਨੂੰ ਜਿਹੜਾ ਹੈਗਾ ਉਸ ਦਿਨ ਤੋਂ ਲੈ ਕੇ ਔਰ ਸੋਮਵਾਰ ਸਵੇਰੇ 5 ਵਜੇ ਤੱਕ ਜਿਹੜਾ ਹੈਗਾ, ਇਹ ਸ਼ਨੀ ਐਤਵਾਰ ਦਾ ਜਿਹੜਾ ਹੈਗਾ ਇਹ ਵੀਕਐਂਡ ਪੂਰਾ ਕਰਫਿਊ ਰਹੂਗਾ ਆਪਣਾ। ਔਰ ਇਸ ਤੋਂ ਇਲਾਵਾ ਜਿਹੜੇ ਸਾਰੇ ਪ੍ਰਾਈਵੇਟ ਦਫ਼ਤਰ ਹੈਗੇ ਨੇ ਉਹ ਬੰਦ ਰੱਖਣੇ ਆ। ਪ੍ਰਾਈਵੇਟ ਦਫ਼ਤਰ, ਕਿਸੇ ਵੀ ਤਰ੍ਹਾਂ ਦਾ ਪ੍ਰਾਈਵੇਟ ਦਫ਼ਤਰ ਜਿਹੜਾ ਹੈਗਾ, ਸਾਰੀ ਤਰ੍ਹਾਂ ਦੇ ਪ੍ਰਾਈਵੇਟ ਦਫ਼ਤਰ ਬੰਦ ਰਹਿਣਗੇ। ਉਹ ਆਪਦੇ ਘਰੇ ਬੈਠ ਕੇ ਕੰਮ ਚਲਾਉਣਗੇ। ਕਿਰਪਾ ਕਰਕੇ ਇਹਨੂੰ ਸਖਤੀ ਨਾ ਮੰਨੋ। ਇਹ ਤੁਹਾਡੀ ਜਾਨ ਬਚਾਉਣ ਦੇ ਲਈ ਕਰ ਰਹੀ ਹੈ। ਕੋਈ ਸਰਕਾਰ ਚਾਹੁੰਦੀ ਹੈ ਵੀ ਉਹਦੇ ਬੰਦੇ ਆਪਦਾ ਕੰਮ ਨਾ ਕਰਨ, ਟੈਕਸ ਨਾ ਦੇਣ, ਕਮਾਈਆਂ ਨਾ ਕਰਨ। ਇਸ ਤੋਂ ਇਲਾਵਾ ਖੁੱਲ੍ਹਾ ਕੀ ਰਹੂਗਾ? ਜਿਹੜੇ ਕੈਮਿਸਟ ਦੀਆਂ ਦੁਕਾਨਾਂ 'ਤੇ ਕੋਈ ਵੀਕਐਂਡ ਨਹੀਂ, ਕੋਈ ਰਾਤ ਦਾ ਨਹੀਂ, ਕੋਈ ਦਿਨ ਦਾ ਨਹੀਂ। ਕੈਮਿਸਟ ਜਿਹੜੇ ਹੈਗੇ ਆਪਦੀ ਦੁਕਾਨ ਕਦੇ ਵੀ ਖੁੱਲ੍ਹੀ ਰੱਖ ਸਕਦੇ ਨੇ। ਜਿਵੇਂ ਕਿ ਉਸ ਤੋਂ ਇਲਾਵਾ ਜਿਹੜੇ ਟੈਸਟ ਕਰਦੇ ਨੇ, ਲੈਬੋਰਟਰੀਆਂ ਹੈਗੀਆਂ ਨੇ, ਜਿਹੜੇ ਕੋਈ ਸਕੈਨ ਸੈਂਟਰ ਨੇ, ਜਿਹੜੇ ਕੋਈ ਡਾਕਟਰ ਨੇ, ਜਿਹੜੇ ਕੋਈ ਐਂਬੂਲੈਂਸ ਦਾ ਹੈਗਾ, ਜਿਹੜੇ ਕੋਈ ਆਕਸੀਜਨ ਦਾ ਕੰਮ ਕਰਦੇ ਨੇ, ਉਹ ਸਾਰਾ ਖੁੱਲ੍ਹਾ ਰਹਿ ਸਕਦਾ ਕਦੇ ਵੀ। ਇਹਨਾਂ 'ਤੇ ਵੀਕਐਂਡ ਦਾ ਵੀ ਕੋਈ ਅਸਰ ਨਹੀਂ। ਉਸ ਤੋਂ ਇਲਾਵਾ ਮੈਨੂਫੈਕਚਰਿੰਗ ਇੰਡਸਟਰੀ ਹੈ। ਜ਼ਿਆਦਾਤਰ ਅਸੀਂ ਦੇਖਿਆ ਮੈਨੂਫੈਕਚਰਿੰਗ ਇੰਡਸਟਰੀ 'ਚੋਂ ਸਾਡੇ ਕੋਲ ਜ਼ਿਆਦਾ ਕੇਸ ਕੋਈ ਨਹੀਂ ਆਏ, ਕਿਉਂਕਿ ਉਹ ਇੱਕ ਆਪਦੀ ਇਨਵਾਇਰਮੈਂਟ 'ਚ ਬੰਦੇ ਕੰਮ ਕਰਦੇ ਆ। ਬਹੁਤ ਸਾਰੀ ਇੰਡਸਟਰੀਆਂ 'ਚ ਅਸੀਂ ਇੰਜੈਕਸ਼ਨ ਪਹਿਲਾਂ ਵੀ ਲਾਤੇ। ਜਿਹੜੀ ਮੈਨੂਫੈਕਚਰਿੰਗ ਇੰਡਸਟਰੀ ਹੈ 24x7 ਕੰਮ ਕਰ ਸਕਦੀ ਹੈ। ਇੰਡਸਟਰੀ ਵਾਲੇ ਖੁਦ ਹੀ ਪਾਸ ਦੇ ਸਕਦੇ ਨੇ ਆਪਣੇ ਮੁਲਾਜ਼ਮਾਂ ਨੂੰ ਬਣਾ ਕੇ, ਪੈਡ 'ਤੇ ਲਿਖ ਕੇ ਵੀ ਇਹ ਮੁਲਾਜ਼ਮ ਸਾਡੇ ਕੋਲ ਕੰਮ ਕਰਦਾ, ਪੁਲਿਸ ਉਹਨਾਂ ਨੂੰ ਨਹੀਂ ਰੋਕੂਗੀ। ਇਸੇ ਤਰ੍ਹਾਂ ਹੀ ਜਿਹੜੇ ਕੋਈ
ट्रेनां चल रही ने या एयर ट्रैफिक राਹੀਂ बंदे आ रहे हैं, बसां मेन हाईवे ते चल रही, उन्हां ते भी कोई रोक नहीं हैगी। ਜਿਹੜੀ कोई कंस्ट्रक्शन एक्टिविटी चल रही ने, मतलब ਜਿਹੜੇ कोई घर मकान बन रहे है या कंस्ट्रक्शन है, उस 'ਤੇ भी कोई रोक नहीं है। एग्रीकल्चर का काम है, अजकल वाढ़ी का काम बड़े जोरों शोरों ते हैगा, कणक सरों हो रही है, वो सारिया चीज़ों की वाढ़ी हो रही है, विक रही है। किसानों नूं, तोलियां नूं या ਜਿਹੜੇ भी कोई मजदूर काम करते हैं मंडियां 'ਚ, ਉਹਨਾਂ ਨੂੰ ਜਿਹੜਾ कोई नहीं रोकूगा। इस तरह ही ਜਿਹੜਾ कोई मीट मच्छी ਦੀਆਂ ਦੁਕਾਨਾਂ ਨੇ ਜਾਂ ਕੋਈ ਡੰਗਰਾਂ ਦੀ ਜਿਹੜੇ ਕਲੀਨਿਕ ਹੈਗੇ ਨੇ ਜਾਂ ਉਹਨਾਂ ਲਈ ਜਿਹੜੀ ਕੋਈ ਦਵਾਈ ਦੀਆਂ ਦੁਕਾਨਾਂ ਨੇ ਜਾਨਵਰਾਂ ਦੇ ਲਈ ਜਾਂ ਡੰਗਰਾਂ ਦੇ ਲਈ, ਉਹਨਾਂ ਨੂੰ ਕੋਈ ਰੋਕੂਗਾ। ਈ ਮੂਵਮੈਂਟ ਜਿਹੜੀ ਹੈਗੀ ਹੈ ਉਹਦੇ 'ਤੇ ਵੀ ਇਹ ਰਿਸਟ੍ਰਿਕਸ਼ਨ ਲਾਈ ਨਹੀਂ ਲਾਗੂ ਹੋਣਗੀਆਂ। ਹੋਮ ਡਿਲੀਵਰੀ ਹੈ ਰਾਤ ਦੇ 9 ਵਜੇ ਤੱਕ ਕਰ ਸਕਦੇ ਨੇ, ਜਿਵੇਂ ਕਿ ਆਪਣਾ ਕੋਈ ਵੱਡੀਆਂ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਆਨਲਾਈਨ ਸਮਾਨ ਵੇਚਦੀਆਂ ਹੈਗੀਆਂ ਨੇ, ਜਾਂ ਫਿਰ ਵੈਕਸੀਨੇਸ਼ਨ ਦੇ ਜਿਹੜੇ ਕੈਂਪ ਲੱਗਣੇ ਉਹਨਾਂ ਲਈ ਜਾਂ ਟੈਸਟ ਕਰਨ ਲਈ ਜਿਹੜੇ ਡਾਕਟਰਾਂ ਨੇ ਜਾਣਾ ਉਹਨਾਂ ਲਈ ਕੋਈ ਰੋਕ ਨਹੀਂ ਹੋਊਗੀ, ਕਿਉਂਕਿ ਇਹ ਚੀਜ਼ਾਂ ਜ਼ਰੂਰੀ ਨੇ। ਅੱਜ ਦੇ ਸਵਾਲ ਮੈਂ ਫਟਾਫਟ ਲੈਣਾ। ਕਹਿੰਦੇ ਜੀ ਕਰਿਆਨਾ ਸ਼ਾਪਸ 9 ਵਜੇ ਤੱਕ ਖੁੱਲ੍ਹਣੀਆਂ ਚਾਹੀਦੀਆਂ। ਖੋਲ੍ਹਣ ਨੂੰ ਤਾਂ ਭਰਾਵਾ 24 ਘੰਟੇ ਭਾਵੇਂ ਆਪਾਂ ਖੋਲ੍ਹ ਲਈਏ, ਸਰਕਾਰ ਨੇ ਰਿਸਟ੍ਰਿਕਟ ਕੀਤਾ ਤਾਂ ਕਿ ਜੋ ਤੁਸੀਂ ਸਮਾਨ ਸਲੀਤਾ ਖਰੀਦਣਾ ਉਹ ਆਪਣਾ 5 ਵਜੇ ਤੋਂ ਪਹਿਲਾਂ ਖਰੀਦ ਲਓ। ਫਿਰ ਉਸ ਤੋਂ ਬਾਅਦ ਕੋਈ ਕਹਿੰਦਾ ਹੈਗਾ ਜੀ ਇੰਡਸਟਰੀ ਦਾ ਮੈਂ ਜਵਾਬ ਦੇ ਹੀ ਦਿੱਤਾ, ਕਮਿਸ ਸ਼ਾਪਸ ਦਾ ਵੀ ਮੈਂ ਦੱਸਤਾ। ਫਿਰ ਉਸ ਤੋਂ ਬਾਅਦ ਸਕੂਲ ਟੀਚਰਸ ਨੂੰ ਬੁਲਾਉਣ ਦਾ ਲੌਜਿਕ ਇਹ ਹੈ, ਕੋਵਿਡ ਦੇ ਵਿੱਚ ਬਹੁਤ ਸਾਰੀਆਂ ਡਿਊਟੀਆਂ ਲੱਗ ਰਹੀਆਂ ਨੇ, ਜਿਹੜੇ ਕੋਵਿਡ ਪੇਸ਼ੈਂਟ ਬਿਮਾਰ ਨੇ ਹੋ ਰਿਹਾ ਉਹਨਾਂ ਦੀ ਟਰੈਕਿੰਗ ਦਾ, ਬੱਚਿਆਂ ਨੂੰ ਆਨਲਾਈਨ ਪੜ੍ਹਾਉਣ ਦਾ, ਤਾਂ ਕਰਕੇ ਸਕੂਲ ਟੀਚਰਸ ਨੂੰ ਬੁਲਾਇਆ ਜਾਂਦਾ ਹੈ। ਉਸ ਤੋਂ ਅੱਗੇ ਖਾਲਸਾ ਸਾਹਿਬ ਕਹਿੰਦੇ ਹੈ ਕਿ 5 ਵਜੇ ਤੋਂ ਬਾਅਦ ਹੋਮ ਡਿਲੀਵਰੀ ਕਰਾਉਣਾ ਕਰ ਸਕਦਾ। ਯਾਰ ਇਹਨਾਂ ਗੱਲਾਂ ਦਾ ਕੋਈ ਅੰਤ ਹੈਗਾ? ਮਤਲਬ ਇੱਕ ਹਫ਼ਤੇ 'ਚੋਂ ਇਹ ਕੋਈ ਪੱਕਾ ਕਰਫਿਊ ਥੋੜ੍ਹੀ ਲੱਗਿਆ ਹੈਗਾ। ਤੁਸੀਂ ਆਪਦੀ ਜਾਨ ਹਥੇਲੀ 'ਤੇ ਧਰ ਕੇ ਮਤਲਬ ਪੈਸਾ ਕਰਨਾ ਵੀ ਕੀ ਹੈ ਯਾਰ। ਆਪਾਂ ਜੇ ਬੰਦਾ ਹੀ ਨਾ ਜਿਉਂਦਾ ਰਿਹਾ, ਉਹਨਾਂ ਪਰਿਵਾਰਾਂ ਨੂੰ ਪੁੱਛੋ ਰੋਜ਼ ਦੀ ਰੋਜ਼ ਜਿਨ੍ਹਾਂ ਦੇ ਸਿਵੇ ਜਗ ਰਹੇ ਆ। ਤੁਸੀਂ 9 ਤੋਂ 5 ਤੱਕ ਵੀ ਸਾਰਾ ਸਮਾਨ ਵੇਚ ਸਕਦੇ ਹੋ। ਜੇ ਕਿਸੇ ਨੇ ਦਾਲ ਖਰੀਦਣੀ ਹੈ, ਲਸਣ ਖਰੀਦਣਾ, ਕਿਸੇ ਨੇ ਕੋਈ ਤੇਲ ਖਰੀਦਣਾ, ਉਹ ਖਰੀਦ ਸਕਦਾ ਹੈਗਾ। ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਕਈ ਵਾਰੀ ਮੈਨੂੰ ਹੈਰਾਨ ਹੀ ਹੁੰਦਾ। ਫਿਰ ਉਸ ਤੋਂ ਬਾਅਦ ਅਰੋੜਾ ਸਾਹਿਬ ਕੋਈ ਕਹਿੰਦੇ ਨੇ ਡੁਗਰੀ ਫੇਜ਼ 1 ਤੇ 2, ਇਹ ਜਿਹੜਾ ਮਿਨੀਮਮ ਲੋਕਡਾਊਨ ਲੱਗਦਾ ਹੈ ਜੀ, ਜਿੱਥੇ ਵੀ ਕੋਈ ਕੰਟੇਨਮੈਂਟ ਜ਼ੋਨ ਹੁੰਦਾ 14 ਦਿਨਾਂ ਦਾ ਹੁੰਦਾ। ਮੈਨੂੰ ਲੱਗਦਾ ਲਗਭਗ 10 ਕੁ ਦਿਨ ਹੋ ਗਏ, 5-6 ਦਿਨ ਹੋਰ ਅਜੇ ਚੱਲੂਗਾ ਇਹ। ਹੋਲਸੇਲ ਮੈਡੀਕਲ ਸ਼ਾਪਸ ਜਿਹੜੀਆਂ ਹੋਲਸੇਲ ਜਾਂ ਮੈਡੀਕਲ ਦੀਆਂ ਕੋਈ ਵੀ ਸ਼ਾਪਸ ਨੇ ਉਹ ਖੁੱਲ੍ਹ ਸਕਦੀਆਂ ਨੇ, ਉਹਨਾਂ 'ਤੇ ਮੈਨੂੰ ਕੋਈ ਪ੍ਰੋਬਲਮ ਨਹੀਂ। ਜੇ ਮੈਡੀਕਲ ਸ਼ਾਪਸ ਨਹੀਂ ਹੋਣਗੀਆਂ ਫਿਰ ਇਲਾਜ ਕਿਵੇਂ ਹੋਊਗਾ? ਸੁਖਜਿੰਦਰ ਸਿੰਘ ਸ਼ਿੰਦਾ ਕਹਿੰਦੇ ਆ ਵੀ ਕੋਈ ਟੋਟਲ ਲੋਕਡਾਊਨ ਦੇ ਚਾਂਸ ਹੈਗੇ ਆ। ਭਾਈ ਸਾਹਿਬ ਗੱਲ ਇਹ ਹੈ, ਮਹਾਰਾਸ਼ਟਰ 'ਚ ਤੁਸੀਂ ਦੇਖ ਲਓ 15 ਦਿਨਾਂ ਨਾਲ ਲਾਇਆ, ਅੱਜ 15 ਦਿਨਾਂ ਦਾ ਹੋਰ ਵਧਾਤਾ। ਜੇ ਸਾਡੇ ਮਾੜੇ ਭਾਗ ਹੋਏ, ਸਾਡੇ ਲੋਕਾਂ ਨੇ ਸਮਝੇ ਹੀ ਨਾ, ਔਰ ਇਹ ਬਿਮਾਰੀ ਰੋਜ਼ ਦੀ ਰੋਜ਼ ਅੱਗੇ ਆਪਣੇ ਆਉਂਦੇ ਸੀ 30 ਮਰੀਜ਼, 100 ਹੋਏ, 150 ਹੋਏ, ਲੋਕ ਫੇਰ ਨਾ ਮੰਨੇ, 500 ਹੋਏ, 800 ਹੋਏ, ਹੁਣ 1400 ਮਰੀਜ਼ ਰੋਜ਼ ਆ ਰਹੇ ਆ। ਅੱਜ ਦੀ ਘੜੀ ਸਾਡੇ ਹਸਪਤਾਲਾਂ 'ਚ 1400 ਮਰੀਜ਼ ਪਿਆ ਹੈਗਾ। ਸੋ ਅਗਰ ਐਸੀ ਸਥਿਤੀ ਆ ਗਈ ਵੀ ਸਾਡੇ ਹਸਪਤਾਲਾਂ ਦੇ ਬੈੱਡ ਹੀ ਮੁੱਕ ਗਏ, ਜਿੰਨੇ ਡਾਕਟਰ ਹੈਗੇ ਉਹਨਾਂ ਇਲਾਜ ਕਰਨ ਵਾਲੇ ਮੁੱਕ ਗਏ, ਤਾਂ ਫਿਰ ਹੋ ਸਕਦਾ ਸੋਚਣਾ ਹੀ ਪੈ ਜੇ ਤਾਂ ਆਪਾਂ ਸਿਆਣੇ ਬਣੀਏ, ਉਹ ਨੌਬਤ ਨਾ ਆਣ ਦੇਈਏ। 9 ਵਜੇ ਤੱਕ ਹੋਮ ਡਿਲੀਵਰੀ ਕੀ ਹੋ ਸਕਦੀ ਹੈ? ਹੋਮ ਡਿਲੀਵਰੀ ਭਰਾਵਾ ਜਿਹੜੀ ਐਮਾਜ਼ੋਨ ਹੈਗੀ ਹੈ ਜਾਂ ਸਵਿਗੀ ਹੈ ਜਾਂ ਕੋਈ ਜ਼ੋਮੈਟੋ ਹੈ, ਇਹ ਕਰ ਸਕਦੀਆਂ। ਪਰ ਜਿਹੜੇ ਕੋਈ ਰੈਸਟੋਰੈਂਟ ਵਗੈਰਾ ਇਹਨਾਂ ਨੂੰ ਸਮਾਨ ਦਿੰਦੇ ਉਹ ਨਹੀਂ ਖੁੱਲ੍ਹ ਸਕਦੇ। ਉਹਨਾਂ ਦੀ ਬੈਕ ਐਂਡ ਕਿਚਨ ਇਸ ਤਰੀਕੇ ਨਾਲ, ਜਾਂ ਜਿੱਥੇ ਇਹਨਾਂ ਦਾ ਕੋਈ ਕਿਚਨਸ ਬਣੀਆਂ ਹੋਈਆਂ ਨੇ ਉਹਨੂੰ ਬੰਦ ਕਰਕੇ, ਔਰ ਇਸ ਤਰੀਕੇ ਨਾਲ ਕਿ ਓਪਨ ਸੇਲ ਨਹੀਂ ਹੋਊਗੀ, ਓਪਨ ਦੁਕਾਨਾਂ ਖੋਲ੍ਹ ਕੇ ਨਹੀਂ ਬੈਠਣਗੇ। ਉਸ ਤੋਂ ਅੱਗੇ ਇਹ ਕਹਿੰਦੇ ਹੈ ਰਿਕੁਆਇਰਡ ਇੰਡਸਟਰੀ ਵਗੈਰਾ ਦਾ ਸੈਟਰਡੇ ਸੰਡੇ 24/7 ਅਲਾਊਡ ਹੈ। ਇੰਡਸਟਰੀ ਵਾਲੇ ਆਪ ਆਪਦੇ ਕਾਰਡ ਬਣਾ ਕੇ ਸਟਾਫ ਨੂੰ ਦੇ ਸਕਦੇ ਆ। ਇੱਕ ਬਲਪ੍ਰੀਤ ਸਿੰਘ ਜੀ ਕਹਿੰਦੇ ਆ ਆਕਸੀਜਨ ਸਿਲੰਡਰ ਐਟ ਹੋਮ ਅਸੀਂ ਕਿਵੇਂ ਮੰਗਾ ਸਕਦੇ ਹਾਂ? ਦਿਸ ਇਜ਼ ਕ੍ਰਿਮੀਨਲ ਯਾਰ। ਘਰਾਂ ਦੇ ਵਿੱਚ ਲੋਕਾਂ ਨੇ ਸਿਰਫ ਉਹਨਾਂ ਕੋਲ ਪੈਸਾ ਹੈ ਤਾਂ ਸਿਲੰਡਰ ਰੱਖ ਰਹੇ ਆ ਖਰੀਦ ਕੇ। ਯਾਰ ਚੰਗੀ ਗੱਲ ਸੋਚੀ ਦੀ ਹੁੰਦੀ ਹੈ, ਮਾੜੀ ਸੋਚਾਂਗੇ ਮਾੜੀ ਹੋਊਗੀ। ਜਦੋਂ ਆਕਸੀਜਨ ਦੀ ਨੌਬਤ 'ਤੇ ਬੰਦਾ ਆਊਗਾ ਉਹਦੇ ਲਈ ਅਸੀਂ ਹਸਪਤਾਲ ਦੇ ਇੰਤਜ਼ਾਮ ਕੀਤੇ ਹੈ। ਜੇ ਕੋਈ ਬੰਦਾ 5 ਸਿਲੰਡਰ ਵੀ ਘਰੇ ਰੱਖ ਲੈਂਦਾ, 500 ਮਰੀਜ਼ਾਂ ਦਾ ਨੁਕਸਾਨ ਕਰਦਾ, ਤੁਸੀਂ ਪੁੱਛੋਗੇ ਕਿਵੇਂ? 10 ਦਿਨਾਂ ਦੇ ਵਿੱਚ ਇਹ 5 ਸਿਲੰਡਰਾਂ ਨਹੀਂ 100 ਵਾਰੀ ਘੁੰਮ ਕੇ 500 ਮਰੀਜ਼ਾਂ ਨੂੰ ਆਕਸੀਜਨ ਲੱਗਣੀ ਹੈ। ਜਦੋਂ ਤੁਸੀਂ ਘਰੇ ਆਕਸੀਜਨ ਰੱਖ ਲੈਂਦੇ ਹੋ, ਉਹ 500 ਬੰਦਿਆਂ ਨੂੰ ਉਹ ਸਿਲੰਡਰ ਨਹੀਂ ਮਿਲਦਾ। ਇਟਸ ਕ੍ਰਿਮੀਨਲ, ਔਰ ਲਾਅ ਦੇ ਮੁਤਾਬਕ ਇਹਨੂੰ ਬੰਦ ਕੀਤਾ ਹੋਇਆ ਘਰਾਂ 'ਚ ਸਿਲੰਡਰ ਰੱਖਣੇ। ਜਿਹੜੇ ਬੰਦਿਆਂ ਨੇ ਰੱਖੇ ਗਲਤ ਕੀਤਾ, ਔਰ ਇਹ ਇਨਫਲੇਮੇਬਲ ਹੈ। ਜੇ ਘਰੇ ਅੱਗ ਲੱਗ ਜੇ, ਇਹ ਅੱਗ 'ਚ ਘਿਓ ਦਾ ਕੰਮ ਪਾਉਂਦਾ। ਔਰ ਇੱਕ ਹੋਰ ਮੈਂ ਦੱਸਦਾ, ਭੁਲੇਖਾ ਕੱਢਦਾ, ਜਦੋਂ ਆਕਸੀਜਨ ਦਾ ਸਿਲੰਡਰ ਤੁਸੀਂ ਘਰੇ ਰੱਖਦੇ ਹੈਗੇ, ਹੌਲੀ ਹੌਲੀ ਉਹਦਾ ਪ੍ਰੈਸ਼ਰ ਘਟ ਜਾਂਦਾ। ਹਫ਼ਤੇ ਬਾਅਦ ਇਹ ਜ਼ੀਰੋ ਹੈ, ਫੁੱਸ ਹੈ, ਜਿਵੇਂ ਬੰਬ ਪੁਰਾਣੇ ਫੁੱਸ ਹੋ ਜਾਂਦੇ ਹੈ। ਇਹ ਇਸ ਤਰ੍ਹਾਂ ਦੇ ਸਿਲੰਡਰ ਲੱਗ ਕੇ ਲੋਕਾਂ ਦਾ ਨੁਕਸਾਨ ਨਾ ਕਰੋ, ਇਹਦਾ ਕੋਈ ਫਾਇਦਾ ਨਹੀਂ ਹੈਗਾ।
ਔਰ ਇਹ ਸਰਕੂਲੇਸ਼ਨ ਸਾਡੀ ਘਟਦੀ ਹੈ। ਜਿਨ੍ਹਾਂ ਕੋਲ ਵੀ ਸਿਲੰਡਰ ਰੱਖਿਆ ਉਹਨਾਂ ਨੂੰ ਬੇਨਤੀ ਹੈ ਕਿ ਬੋਟਲਿੰਗ ਪਲਾਂਟ ਨੂੰ ਇਹਨੂੰ ਸਰੈਂਡਰ ਕਰੋ। ਫਿਰ ਇਹ ਕਹਿੰਦੇ ਰੈਮਡੈਸੀਵੀਰ ਦਾ ਜਿਹੜਾ ਤੁਸੀਂ ਜੀ DPRO ਪੇਜ 'ਤੇ ਪਾਉਂਦੇ ਹੋ, ਹਸਪਤਾਲ ਵਾਲੇ ਕਹਿੰਦੇ ਆ ਸਾਡੇ ਸਟਾਕ ਲਈ ਹੈ। ਬਿਲਕੁਲ ਠੀਕ ਹੈ, ਇਹ ਆਮ ਬੰਦਿਆਂ ਦੇ ਲਾਉਣ ਵਾਲੇ ਇੰਜੈਕਸ਼ਨ ਨਹੀਂ ਹੈਗੇ। ਹਸਪਤਾਲ ਦੇ ਡਾਕਟਰ ਨੇ ਦੇਖਣਾ ਕਿ ਕਿਹੜੇ ਬੰਦੇ ਨੂੰ ਕਦੋਂ ਇੰਜੈਕਸ਼ਨ ਦੀ ਲੋੜ ਹੈ। ਦੂਜੀ ਗੱਲ, ਇਹ ਗੱਲ ਠੀਕ ਹੈ ਕਿ ਰੈਮਡੈਸੀਵੀਰ ਖੁੱਲ੍ਹੀ ਸਪਲਾਈ ਨਹੀਂ ਹੈਗੀ, ਲਿਮਿਟਡ ਹੈ, ਤਾਂ ਹੀ ਕਰਕੇ ਇਸ 'ਤੇ ਕੰਟਰੋਲ ਹੈ। ਅੱਜ ਇੱਕ ਜ਼ਿਲ੍ਹਾ ਲੈਵਲ ਦੀ ਕਮੇਟੀ ਬਣਾਤੀ, ਸਾਰੇ ਹਸਪਤਾਲਾਂ ਨੂੰ, ਸਾਰੀਆਂ ਕੈਮਿਸਟ ਸ਼ਾਪਸ ਨੂੰ ਇਹ ਵੰਡ ਕੇ ਦਿੰਦੇ ਆ। ਜਿੱਦਣ ਦੇ ਅਸੀਂ ਔਨਲਾਈਨ ਪਾਇਆ ਇੰਨਾ ਕੁ ਪ੍ਰੈਸ਼ਰ ਹੈ ਕਿ ਉਹ ਬਿਲਕੁਲ ਮਨਾ ਨਹੀਂ ਕਰ ਸਕਦੇ। ਅਗਰ ਤੁਹਾਡੇ ਹਸਪੀਟਲ ਨੂੰ ਇਹ ਨਹੀਂ ਮਿਲ ਰਿਹਾ ਹੈਗਾ ਤਾਂ ZLA ਜ਼ੋਨਲ ਲਾਇਸੈਂਸਿੰਗ ਅਥਾਰਟੀ ਨੂੰ ਤੁਸੀਂ WhatsApp ਕਰੋ ਜਾਂ ਫੋਨ ਕਰੋ, ਜਿਹੜੀ ਥਾਂ ਇਹ ਵੱਧ ਹੈਗੇ ਉੱਥੋਂ ਤੁਹਾਨੂੰ ਅਰੇਂਜ ਕਰਨਗੇ। ਪਰ ਲੋਕਾਂ ਨੇ ਤਾਂ ਇਹ ਕੰਮ ਬਣਾ ਲਿਆ ਵੀ ਆਕਸੀਜਨ ਵੀ ਘਰੇ ਰੱਖ ਲਓ। ਜਿਨ੍ਹਾਂ ਕੋਲ ਪੈਸੇ ਹੈਗੇ ਆ ਉਹ ਸਮਝਦੇ ਵੀ ਹੋਰਾਂ ਦੀ ਜਾਨ ਨਹੀਂ, ਵੀ ਰੈਮਡੈਸੀਵੀਰ ਵੀ ਖਰੀਦ ਕੇ ਰੱਖ ਲਓ। ਰੱਬ ਦੇ ਵਾਸਤੇ ਯਾਰ ਇੱਦਾਂ ਦੇ ਕੰਮ ਨਾ ਕਰੋ। ਜਿਨ੍ਹਾਂ ਨੂੰ ਲੋੜ ਹੈ ਉਹ ZLA ਨੂੰ ਅਪਰੋਚ ਕਰਨ। ਮੈਂ ਇਹ ਨਹੀਂ ਗਰੰਟੀ ਕਰਦਾ ਵੀ ਜਿਹੜਾ ਬੰਦਾ ਮੰਗੂਗਾ ਇੱਕਦਮ ਹੀ ਮਿਲ ਜੂਗਾ, ਪਰ ਸਾਡਾ ਪ੍ਰਾਈਵੇਟ ਹਸਪਤਾਲਾਂ ਦਾ ਇੱਕ ਗਰੁੱਪ ਬਣਿਆ, ਉਹ 'ਚ ਜ਼ੋਨਲ ਲਾਇਸੈਂਸਿੰਗ ਅਥਾਰਟੀ ਵੀ ਹੈ। ਜਿਹੜੇ ਹਸਪਤਾਲ ਕੋਲ ਨਹੀਂ ਹੁੰਦਾ ਔਰ ਮਰੀਜ਼ ਨੂੰ ਬਹੁਤ ਜ਼ਰੂਰੀ ਹੁੰਦਾ, ਅਸੀਂ ਇੱਕ ਦੂਜੇ ਤੋਂ ਦਵਾਉਂਦੇ ਹਾਂ ਉਹਨੂੰ। ਇੱਕ ਹੋਰ ਕੋਈ ਕਹਿ ਰਿਹਾ ਵੀ ਤਹਿਸੀਲ ਟਾਈਮਿੰਗਸ 2 ਵਜੇ ਤੱਕ ਕਰ ਦਿਓ। ਚਲੋ ਠੀਕ ਹੈ ਜੀ, ਇਹ ਸਰਕਾਰ ਕਰ ਹੀ ਰਹੀ ਹੈ, ਜੋ ਕੁਝ ਘਟਾ ਸਕਦੀ ਹੈਗੀ ਹੈ, ਪਰ ਲੋਕ ਵੀ ਆਪਣਾ ਕਿਰਪਾ ਕਰਕੇ 5 ਵਜੇ ਤੱਕ ਮੰਨਣ। ਹਿਤੇਸ਼ ਜੈਨ ਜੀ ਕਹਿੰਦੇ ਆ ਵਾਟ ਐਕਟੀਵਿਟੀਜ਼ ਆਰ ਅਲਾਊਡ ਔਨ ਵੀਕਐਂਡ, ਮੂਵਮੈਂਟ ਬੈਂਡ ਔਨ ਸੈਟਰਡੇ ਸੰਡੇ। ਜੈਨ ਸਾਹਿਬ ਮੈਂ ਕਿੰਨੇ ਲੋਕਾਂ ਨੂੰ ਕਹਿਤਾ ਯਾਰ, ਜੇ ਅੱਗ ਲੱਗ ਜੇ ਜੰਗਲ 'ਚ ਤਾਂ ਪੰਛੀ ਵੀ ਕਿਤੇ ਲੁੱਕ ਕੇ ਬਹਿ ਜਾਂਦੇ ਆ। ਜਿਹੜੇ ਕੋਈ ਚੂਹੇ ਚਾਹੇ ਵੀ ਹੈਗੇ ਉਹ ਵੀ ਖੁੱਡਾਂ 'ਚ ਵੜ ਕੇ ਆਪਦੀ ਜਾਨ ਬਚਾ ਲੈਂਦੇ ਆ। ਜੇ ਕੋਈ ਅਟੈਕ ਹੋ ਜੇ ਕਿਸੇ ਦੇਸ਼ 'ਤੇ, ਸਾਇਰਨ ਵੱਜੇ, ਲੋਕ ਬੰਕਰਾਂ 'ਚ ਬਹਿ ਜਾਂਦੇ ਆ। ਤੁਸੀਂ ਲੱਕੀ ਹੋ ਯਾਰ, ਮੇਰੇ ਵਰਗਿਆਂ ਨੂੰ ਕੰਮ ਕਰਨਾ ਪੈ ਰਿਹਾ, ਡਾਕਟਰਾਂ ਨੂੰ ਕੰਮ ਕਰਨਾ ਪੈ ਰਿਹਾ, ਪੱਤਰਕਾਰਾਂ ਨੂੰ ਕੰਮ ਕਰਨਾ ਪੈ ਰਿਹਾ, ਦੋਧੀਆਂ ਨੂੰ ਕੰਮ ਕਰਨਾ ਪੈ ਰਿਹਾ, ਦੁਨੀਆ ਨੂੰ ਬਾਹਰ ਕੰਮ ਕਰਨਾ ਪੈ ਰਿਹਾ। ਜਿਹੜਾ ਬੰਦਾ ਘਰੇ ਬੈਠ ਸਕਦਾ ਬਹਿ ਜਾਓ। ਹਾਲਾਤ ਬਹੁਤ ਖਤਰਨਾਕ ਨੇ। ਅਖੀਰਲੇ 2 ਮਿੰਟ ਮੈਂ ਤੁਹਾਨੂੰ ਸ਼ੇਅਰ ਕਰੂੰਗਾ, ਕੋਈ ਲੁਕੋ ਕੇ ਨਹੀਂ ਰੱਖਣੀ ਮੈਂ ਤੁਹਾਡੇ ਨਾਲ ਗੱਲ। ਵਰਕ ਫਰੋਮ ਹੋਮ, ਸਾਰਿਆਂ ਨੇ ਵਰਕ ਫਰੋਮ ਹੋਮ ਕਰਨਾ। ਪ੍ਰਾਈਵੇਟ ਆਫਿਸ, ਕੋਈ ਆਫਿਸ ਖੋਲ੍ਹਣੇ ਨਹੀਂ, ਉਹਦਾ ਲੌਜਿਕ ਮੈਂ ਅਖੀਰ 'ਚ ਤੁਹਾਨੂੰ ਦੱਸੂੰਗਾ। ਲਖਵੀਰ ਸਿੰਘ, ਐਜੂਕੇਸ਼ਨਲ ਇੰਸਟੀਟਿਊਸ਼ਨਸ, ਭਾਈ ਸਾਹਿਬ ਜਿੰਨਾ ਤੁਸੀਂ ਇਹ ਖੋਲੋਗੇ, ਜਿੰਨੇ ਬੱਚੇ ਇਕੱਠੇ ਬੈਠਣਗੇ ਬਿਮਾਰੀ ਫੈਲੂਗੀ। ਕਿਰਪਾ ਕਰਕੇ ਇਦਾਂ ਦੇ ਸਵਾਲ ਪੁੱਛ ਕੇ ਔਰ ਆਪਦੇ ਮਨ 'ਚ ਲਿਆ ਕੇ, ਤੁਹਾਡੀ ਜਾਨ ਤੁਹਾਡੇ ਬੱਚਿਆਂ ਨੂੰ ਉਨੀ ਪਿਆਰੀ ਹੈ, ਬਚੋ। ਅਗਲੇ 15 ਦਿਨ ਬਚੋ ਔਰ ਰੱਬ ਦਾ ਕਹਿਰ ਹੈ ਜਿਹੜਾ ਆਪਣੇ 'ਤੇ ਆਇਆ, ਇਸ ਤੋਂ ਬਚੋ। ਸੌਰਵ ਕੁਮਾਰ ਕਹਿੰਦੇ ਵਟ ਕਈ ਸ਼ਾਪਸ ਵਿਲ ਬੀ ਅਲਾਊਡ ਟੂ ਵੀਕਐਂਡ ਦੀਆਂ ਜ਼ਰੂਰੀ ਸ਼ਾਪਸ ਮੈਂ ਦੱਸ ਹੀ ਦਿੱਤੀਆਂ ਭਾਈ ਤੁਹਾਨੂੰ। ਅੱਛਾ, ਉਸ ਤੋਂ ਅੱਗੇ ਬਲਪ੍ਰੀਤ ਕਹਿੰਦੇ ਵਟ ਕਾਈਂਡ ਆਫ ਇੰਡਸਟਰੀ ਦਾ ਦੱਸ ਹੀ ਦਿੱਤਾ ਯਾਰ। ਸਟਾਫ ਆਫ ਡਿੰਪੀ ਸਿੰਘ ਕਹਿੰਦੇ ਆ ਮਿਲਕ ਸ਼ਾਪਸ। ਦੇਖੋ, ਮਿਲਕ ਦੀ ਜਿਹੜੀ ਆਈਡੀਅਲ ਡਿਸਟ੍ਰੀਬਿਊਸ਼ਨ ਆ ਉਹ ਹੋਮ ਟੂ ਹੋਮ ਹੋਣੀ ਚਾਹੀਦੀ ਹੈ। ਪਰ ਜੇ ਕਿਸੇ ਨੇ ਵੇਰਕੇ ਦਾ ਕੋਈ ਕਿਸੇ ਕੋਲ ਬੂਥ ਹੈਗਾ, ਉੱਥੋਂ ਉਹਨੇ ਘੰਟਾ 2 ਘੰਟਾ ਸਪਲਾਈ ਕਰਕੇ ਆਪਦੀਆਂ ਰੇਹੜੀਆਂ ਤੋੜਨੀਆਂ, ਉਹ ਠੀਕ ਹੈ। ਪਰ ਕਈ ਲੋਕ ਪਨੀਰ ਦਾ ਪੂਰਾ ਦਿਨ ਲੱਗਿਆ, ਲਾਈਨਾਂ ਲੱਗੀਆਂ ਪਈਆਂ, ਇਹੋ ਜਿਹਾ ਕੁਝ ਨਹੀਂ ਅਸੀਂ ਅਲਾਓ ਕਰਨਾ। ਲੋਕਾਂ ਦੀ ਜਾਨ ਜ਼ਿਆਦਾ ਜ਼ਰੂਰੀ ਹੈਗੀ ਹੈ। ਹਿਤੇਨ ਜੈਨ ਕਹਿੰਦੇ ਹੈ 104 ਹੈਲਪਲਾਈਨ ਤੇ ਮੈਨੂੰ ਹੈਲਥ ਕਿੱਟ ਨਹੀਂ ਮਿਲੀ। ਜੈਨ ਸਾਹਿਬ ਤੁਹਾਡਾ ਮੇਰੇ ਕੋਲ ਨੰਬਰ ਨਹੀਂ, ਮੈਂ DPRO ਸਾਹਿਬ ਨੂੰ ਪੁੱਛ ਲੈਣਾ। ਵੈਸੇ ਤਾਂ ਸਾਡੀ ਜਿਹੜੀ ਹੋਮ ਆਈਸੋਲੇਸ਼ਨ ਟੀਮ ਹੈ ਹਰੇਕ ਨੂੰ ਪਹੁੰਚਾ ਰਹੀ ਹੈ। ਜੇ ਤੁਹਾਨੂੰ ਨਹੀਂ ਮਿਲਿਆ ਔਰ ਮੇਰੇ ਕੋਲ ਤੁਹਾਡਾ ਨੰਬਰ ਅਵੇਲੇਬਲ ਹੋਇਆ ਤਾਂ ਮੈਂ ਜ਼ਰੂਰ ਤੁਹਾਨੂੰ ਇਹ ਪਹੁੰਚਾਊਂਗਾ, ਨਹੀਂ ਤਾਂ ਸਾਡੇ ਕੰਟਰੋਲ ਰੂਮ 'ਤੇ ਫੋਨ ਕਰ ਲਿਓ। ਐਸੈਂਸ਼ੀਅਲ ਸਰਵਿਸਿਜ਼ ਦੀ ਡੈਫੀਨੇਸ਼ਨ ਬੜੀ ਕਲੀਅਰ ਹੈਗੀ ਹੈ। ਉਹਦੇ ਵਿੱਚ ਸਰਕਾਰ ਨੇ ਜਿਹੜੇ ਵਰਕਰ ਪਾਏ ਹੈਗੇ ਨੇ, ਉਹ 'ਚ ਫਿਲਹਾਲ ਬੈਂਕ EMPLOYE ਨਹੀਂ ਹੈਗੇ। ਦੀਪਕ ਬੰਸਲ, ਔਰ ਵਿੱਚ ਦੀ ਅਸੀਂ ਲੋਕਲ ਲੈਵਲ ਰਿਲੈਕਸੇਸ਼ਨ ਦਿੱਤੀ ਸੀ ਉਸ ਟਾਈਮ 'ਤੇ। ਇਹ ਅਸੀਂ ਸਾਰਿਆਂ ਨੂੰ ਕਿਹਾ, ਮਿੰਨਤਾਂ ਕੀਤੀਆਂ ਵੀ ਇੰਜੈਕਸ਼ਨ ਲਵਾ ਲਓ, ਉਦੋਂ ਲਵਾਇਆ ਨਹੀਂ। ਬਸ ਸ਼ੁਕਰ ਹੈ ਫਿਰ ਵੀ ਅਸੀਂ 5 ਲੱਖ ਲੋਕ ਲਵਾ ਲਏ। ਹੁਣ ਲੋਕ ਕਹਿੰਦੇ ਆ ਦਿਓ। ਇਹੀ ਤਾਂ ਗੱਲ ਹੁੰਦੀ ਹੈ ਵੀ ਜੇ ਵਿਹਲਾ ਰਹਿੰਦੇ ਆਪਾਂ ਕੰਮ ਕਰ ਲਈਏ ਤਾਂ ਉਹੀ ਚੰਗਾ ਹੁੰਦਾ ਹੈ। ਵਾਟ ਕਾਈਂਡ ਆਫ ਸ਼ਾਪਸ ਫਾਲ ਅੰਡਰ ਐਸੈਂਸ਼ੀਅਲ ਕੈਟੇਗਰੀ, ਇਹ ਵੀ ਮੈਂ ਛਤਵਾਲ ਸਾਹਿਬ ਹੋ ਰੈਸਟੋਰੈਂਟ ਕੈਨ ਓਪਨ ਟਿਲ 9 PM। ਇਹ ਯਾਰ ਮੈਂ ਬੜੀ, ਯਾਨੀ ਕਿ ਇੱਕ ਆਈਸਕ੍ਰੀਮ ਵਾਲਾ ਹੈਗਾ, ਰੋਜ਼ ਮੈਨੂੰ SMS ਕਰ ਦਿੰਦਾ ਵੀ ਮੈਂ 9 ਵਜੇ ਤੱਕ ਘਰੇ ਭੇਜ ਸਕਦਾ ਸਮਾਨ। ਭਾਈ ਸਾਹਿਬ ਸਾਰੀ ਉਮਰ ਹੀ ਕਮਾਉਣਾ ਹੈ। ਜੇ 2 ਦਿਨ ਲੋਕ ਆਈਸਕ੍ਰੀਮ ਸ਼ਨੀ ਐਤਵਾਰ ਨਹੀਂ ਖਾਣਗੇ ਜਾਂ ਥੋੜਾ ਮੋਟਾ ਤੁਹਾਡਾ ਪ੍ਰੋਫਿਟ ਘੱਟ ਹੋ ਜਾਊਗਾ, ਯਾਰ ਸਾਰੀ ਉਮਰ ਤੁਹਾਡੇ ਕੋਲ ਪਈ ਹੈ ਕਮਾਉਣ ਲਈ, ਖਰਚਣ ਲਈ। ਇੱਦਾਂ ਦਾ ਖੁਦਾ ਦੇ ਵਾਸਤੇ ਨਾ ਕਰੋ ਜਿਹੜੀਆਂ ਚੀਜ਼ਾਂ ਜ਼ਰੂਰੀ ਨਹੀਂ ਹੈਗੀਆਂ। ਮਤਲਬ ਰੈਸਟੋਰੈਂਟ ਖੋਲ੍ਹਣ ਦੀ ਮੈਂ ਕਲੀਅਰ ਕਰਤਾ, ਹੋਮ ਡਿਲੀਵਰੀ ਦਾ ਮਤਲਬ ਹੋਮ ਡਿਲੀਵਰੀ। ਜੇ ਕੋਈ ਰੈਸਟੋਰੈਂਟ ਖੋਲ੍ਹ ਕੇ ਦਿਖ ਗਿਆ ਤਾਂ ਸਖਤ ਕਾਰਵਾਈ ਕਰਾਂਗੇ। ਭੀੜਾਂ ਲੱਗਦੀਆਂ ਨੇ ਆਈਸਕ੍ਰੀਮਾਂ ਦੀ ਦੁਕਾਨਾਂ 'ਤੇ, ਭੀੜਾਂ ਲੱਗਦੀਆਂ ਨੇ ਗੋਲ ਗੱਪਿਆਂ ਦੀਆਂ ਦੁਕਾਨਾਂ 'ਤੇ, ਭੀੜਾਂ ਲੱਗਦੀਆਂ ਨੇ ਇਹਨਾਂ 'ਤੇ। ਯਾਰ ਰਹਿਮ ਕਰੋ ਲੋਕਾਂ 'ਤੇ। ਤੁਸੀਂ ਇਹ ਪਰੋਸ ਰਹੇ ਹੋ, ਨਾਲੋਂ ਨਾਲ ਇਹ ਬਿਮਾਰੀ ਵੀ। ਲੋਕਾਂ ਨੂੰ ਮੇਰੀ ਬੇਨਤੀ ਹੈ ਵੀ ਇਹੋ ਜਿਹੇ ਝਕਾਨੀਆਂ ਤੋਂ ਬਚੋ। ਹੋਮ ਡਿਲੀਵਰੀ ਮਤਲਬ ਕਿਸੇ ਦੀ ਮਜਬੂਰੀ ਹੈ ਯਾਰ, ਕਿਸੇ ਦੇ ਘਰੇ ਮੰਨ ਲਓ ਬਿਮਾਰ ਪਿਆ ਕੋਈ, ਉਹਨੇ ਘਰੇ ਖਾਣਾ ਮੰਗਾ ਲਵੇ। ਪਰ ਇੱਦਾਂ ਦੁਕਾਨਾਂ ਖੋਲ੍ਹ ਕੇ ਨਾ ਬੈਠੋ, ਆਪਦੀ ਕਿਚਨ ਤੋਂ ਸਿੱਧੀ ਹੋਮ ਡਿਲੀਵਰੀ ਜੋ ਵੀ ਕੋਈ ਔਨਲਾਈਨ ਕੰਪਨੀਆਂ ਉਹ ਭੇਜੋ। ਔਰ ਇੱਦਾਂ ਦੇ ਮਤਲਬ ਕਿੱਦਾਂ ਦੀ ਯਾਰ ਲੋਕ ਮੈਨੂੰ WhatsApp ਕਰਕੇ ਪੁੱਛਦੇ ਆ ਵੀ ਅਸੀਂ ਆਈਸਕ੍ਰੀਮਾਂ ਡਿਲੀਵਰ ਕਰ ਸਕਦੇ ਹਾਂ ਵੀਕਐਂਡ 'ਤੇ। ਦਿਸ ਇਜ਼ ਰਿਡੀਕੂਲਸ ਯਾਰ।
इज़ देयर एनी रिस्ट्रिक्शन फॉर मैंबर्स ऑफ पीपल ट्रैवलिंग इन कार? ये बारे तो अजे कुछ नहीं है यार, जो ਉਹਦੀ लिमिटेड हैगी है ਉਹਦੇ मुताबिक ਤੁਸੀਂ ਆਪਦਾ ਬਚਾ करके ਚੱਲੋ। मैं ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਸਾਡੇ ਕੋਲ 1100 ਬੈੱਡ ਸੀਗੇ, ਵਧਾ ਕੇ ਅਸੀਂ 1700 ਕਰ ਲਏ, ਉਹਦੇ 'ਚ 1400 ਭਰ ਗਏ। ਸਾਡੇ ਕੋਲੇ ਅੱਜ ਦੀ ਡੇਟ 'ਚ 1440 ਬੈੱਡ ਭਰੇ ਹੋਏ ਨੇ, ਖਾਲੀ 446 ਨੇ। ਇਹਨਾਂ 'ਚੋਂ ਲੈਵਲ 3 ਦੇ ਜਿਹੜੇ ਨੇ ਸਿਰਫ 59 ਸਾਡੇ ਕੋਲ ਬਚੇ ਨੇ, ਔਰ ਲੈਵਲ 2 ਦੇ 387 ਬਚੇ। ਇਹ ਵੀ ਵੰਡੇ ਪਏ ਨੇ। ਜਿਹੜੇ ਸਭ ਤੋਂ ਵੱਡੇ ਹਸਪਤਾਲ ਨੇ ਜਿੱਥੇ ਜਾਣ ਦਾ ਤੁਸੀਂ ਸੋਚਦੇ ਹੋ, DMC ਪੂਰਾ ਭਰਿਆ ਪਿਆ ਹੈਗਾ, CMC ਜਿਹੜਾ ਹੈਗਾ ਉਹਦੇ ਵਿੱਚ ਵੀ 157 ਦੇ ਕਰੀਬ ਮਰੀਜ਼ ਨੇ, DMC ਦੇ ਵਿੱਚ ਅੱਜ ਦੀ ਡੇਟ 'ਚ 250 ਦੇ ਕਰੀਬ ਮਰੀਜ਼ ਪਏ ਨੇ, SPS ਹਸਪੀਟਲ ਦੇ ਅੰਦਰ 113 ਮਰੀਜ਼ ਪਏ ਨੇ, ਦੀਪ ਹਸਪੀਟਲ ਦੇ ਅੰਦਰ 106 ਮਰੀਜ਼ ਪਏ ਨੇ, ਮੋਹਨਦੇਹੀ ਹਸਪੀਟਲ ਜਿਹੜਾ ਹੈਗਾ ਇੱਥੇ 128 ਮਰੀਜ਼ ਪਏ ਹੈਗੇ ਨੇ ਇਸ ਟਾਈਮ ਮੇਰੇ ਕੋਲ, ਰਘੁਨਾਥ ਦੇ ਅੰਦਰ 96 ਪਏ ਨੇ, ਫੋਰਟਿਸ ਦੇ ਅੰਦਰ ਹੈਗੇ ਆ 70 ਦੇ ਕਰੀਬ ਮਰੀਜ਼ ਪਏ ਨੇ, ਆਸਥਾ ਕਿਡਨੀ ਦੇ ਅੰਦਰ 92 ਦੇ ਕਰੀਬ ਪਏ ਨੇ, ਦੀਪਕ ਹਸਪੀਟਲ ਦੇ ਅੰਦਰ 58 ਦੇ ਕਰੀਬ ਪਏ ਨੇ, ਅਰੋੜਾ ਨਿਊਰੋ ਦੇ ਅੰਦਰ 57 ਪਏ ਨੇ, ਵਰਮਾ ਮਲਟੀ ਸਪੈਸ਼ਲਿਟੀ ਦੇ ਅੰਦਰ 58 ਪਏ ਨੇ, IMA ਨੇ ਜਿਹੜੀ ਫੈਸਿਲਿਟੀ ਬਣਾਈ ਹੈ, ਔਰ ਸਿੱਧੂ ਹਸਪੀਟਲ ਦੁਰਾਹੇ ਵਾਲਾ ਇੱਥੇ ਵੀ ਪਏ ਨੇ। ਮਤਲਬ ਇੰਨੇ ਜ਼ਿਆਦਾ ਯਾਰ ਲੋਕ ਭਰੇ ਪਏ ਨੇ ਬੈੱਡ, ਫਿਰ ਵੀ ਆਪਾਂ ਦੇਖੋ ਸਮਝ ਨਹੀਂ ਰਹੇ ਹੈਗੇ। ਮੈਂ ਅਖੀਰ 'ਚ 2 ਮਿੰਟ ਹੁਣ ਤੁਹਾਡੇ ਤੋਂ ਲੈਣੇ ਆ। ਦੇਖੋ ਇਸ ਧਰਤੀ ਦੇ ਉੱਪਰ ਸਭ ਤੋਂ ਲੰਬੇ ਸਮੇਂ ਤੋਂ ਕਰੋੜਾਂ ਸਾਲ ਤੋਂ ਰੈਪਟਾਈਲ ਜਿਹਨੂੰ ਆਪਾਂ ਕਹਿੰਦੇ ਆ, ਛਿਪਕਲੀਆਂ, ਸੱਪ, ਆ ਮੱਛਰ ਵਗੈਰਾ, ਆਦਮੀ ਤਾਂ ਪਿਛਲੇ 10,000 ਸਾਲ ਤੋਂ ਆਇਆ, ਇਹ ਕਰੋੜਾਂ ਸਾਲ ਤੋਂ ਜਿਉਂਦੇ ਆ। ਇਹਨਾਂ 'ਚ ਇੱਕ ਪ੍ਰਕਿਰਿਆ ਹੁੰਦੀ ਹੈ ਹਾਈਬਰਨੇਸ਼ਨ। ਜਦੋਂ ਠੰਡ ਆਉਂਦੀ ਹੈ ਇਹਨਾਂ ਨੂੰ ਲੱਗਦਾ ਵੀ ਸਾਡੀ ਜਾਨ ਚਲੀ ਜਾਊਗੀ, ਇਹ 6 ਮਹੀਨੇ ਲਈ ਇੱਕ ਚਿਰ ਨਿਦਰਾ ਕਹਿੰਦੇ ਆ ਇਹਨੂੰ ਪੰਜਾਬੀ 'ਚ, ਹਾਈਬਰਨੇਸ਼ਨ 'ਚ ਚਲੇ ਜਾਂਦੇ ਆ, ਬਿਲਕੁਲ ਨਿਕਲਦੇ ਹੀ ਨਹੀਂ। ਸਰਦੀਆਂ 'ਚ ਤੁਹਾਨੂੰ ਕਦੇ ਨਹੀਂ ਦਿਖਣਗੇ, ਔਰ 6 ਮਹੀਨਿਆਂ ਬਾਅਦ ਜਦੋਂ ਮੌਸਮ ਸਹੀ ਹੁੰਦਾ ਬਾਹਰ ਆ ਜਾਂਦੇ ਆ। ਯਾਰ ਇੱਦਾਂ ਦਾ ਮਾਹੌਲ ਹੈਗਾ, ਆਪਾਂ ਹਫ਼ਤੇ 10 ਦਿਨਾਂ ਲਈ ਘਰਾਂ 'ਚ ਨਹੀਂ ਬਹਿ ਸਕਦੇ। ਰਿਕਸ਼ੇ ਵਾਲਾ ਕਿੱਥੋਂ ਬੈਠੂਗਾ, ਦਿਹਾੜੀਦਾਰ ਆਦਮੀ ਕਿੱਥੋਂ ਬੈਠੂਗਾ, ਦੁੱਧ ਵਾਲਾ ਕਿੱਥੋਂ ਬੈਠੂਗਾ, ਸਬਜ਼ੀ ਵਾਲਾ ਕਿੱਥੋਂ ਬੈਠੂਗਾ, ਮੇਰੇ ਵਰਗਾ ਕਿੱਥੋਂ ਬੈਠੂਗਾ ਜਿਹਨੇ ਡਿਊਟੀ ਕਰਨੀ ਹੈ, ਪੱਤਰਕਾਰ ਕਿੱਥੋਂ ਬੈਠੂਗਾ, ਡਾਕਟਰ ਕਿੱਥੋਂ ਬੈਠੂਗਾ, ਨਰਸ ਕਿੱਥੋਂ ਬੈਠੂਗੇ, ਜਿਹੜੇ ਬੰਦਿਆਂ ਦੀ ਮਜਬੂਰੀ ਹੈ, ਪੈਟਰੋਲ ਪੰਪਾਂ ਵਾਲੇ ਕਿੱਥੋਂ ਬੈਠਣਗੇ, ਇਹਨਾਂ ਨੂੰ ਤਾਂ ਕੰਮ ਕਰਨਾ ਹੀ ਕਰਨਾ ਪੈਣਾ। ਪਰ ਜਿਹੜੇ ਵੀ ਬੰਦੇ ਕੋਲ ਮੈਂ ਕਹਿੰਦਾ ਵੀ 15 ਦਿਨ ਵੀ ਆਪਣੇ ਬੱਚਿਆਂ ਨੂੰ ਤੁਸੀਂ ਘਰੇ ਬੈਠ ਕੇ ਨਹੀਂ ਖਾਣਾ ਖਵਾ ਸਕਦੇ। ਪੋਜੀਸ਼ਨ ਇਹ ਹੈ ਵੀ ਜੇ ਅੱਜ ਦੀ ਡੇਟ 'ਚ ਤੁਹਾਨੂੰ ਇਹ ਗੁਮਾਨ ਹੈ ਵੀ ਕਿਸੇ ਕੋਲ ਪੈਸਾ ਹੈਗਾ ਉਹ ਇਲਾਜ ਕਰਾ ਲੂਗਾ, ਯਾਰ ਤੁਸੀਂ ਐ ਮੈਨੂੰ ਦੱਸੋ, ਦਿੱਲੀ 'ਚ ਏਮਜ਼ ਹੈ, ਸਰ ਗੰਗਾ ਰਾਮ ਹੈ, ਤੁਸੀਂ ਦੇਖ ਲਿਆ ਸਰ ਗੰਗਾ ਰਾਮ 'ਚ ਕੀ ਹੋਇਆ? ਆਕਸੀਜਨ ਖਤਮ ਹੋ ਕੇ 25 ਬੰਦੇ ਚਲੇ ਗਏ। ਮੁੰਬਈ 'ਚ ਕੀ ਹੋ ਗਿਆ? ਐਡੇ ਵੱਡੇ ਹਸਪਤਾਲ ਦੇ ਅੰਦਰ ਆਕਸੀਜਨ ਖਤਮ ਹੋਈ, ਬੰਦੇ ਚਲੇ ਗਏ। ਨਿਊਯਾਰਕ 'ਚ ਕੀ ਹੋ ਗਿਆ? ਤੁਹਾਨੂੰ ਕੀ ਲੱਗਦਾ? ਨੋ ਡਾਊਟ ਪੰਜਾਬ ਸਰਕਾਰ ਦੇ ਆਦੇਸ਼ ਤੇ, ਔਰ ਅਸੀਂ ਐਡੀ ਹਿੰਮਤ 'ਚ ਹੈਗੇ ਹਾਂ ਕਿ ਅਸੀਂ ਹੁਣ ਤੱਕ 1 ਇੰਚ ਵੀ ਤੁਹਾਨੂੰ ਦਿੱਕਤ ਨਹੀਂ ਆਉਣ ਦਿੱਤੀ। ਪਰ ਤੁਸੀਂ ਸਾਡੇ 'ਤੇ ਭਰੋਸਾ ਕਰੋ, ਅੱਗੇ ਵੀ ਕਰਦੇ ਰਹੋ, ਅਸੀਂ ਖੜੇ ਹਾਂ, ਤੁਹਾਨੂੰ ਇੱਕ ਬਾਲ ਵੀ ਵਾਂਕਾ ਨਹੀਂ ਹੋਣ ਦਿੰਦੇ। ਪਰ ਕੀ ਤੁਹਾਨੂੰ ਐਂ ਲੱਗਦਾ ਵੀ ਸਾਡੀ ਜਿਹੜੀ ਇੰਡਸਟਰੀ ਹੈ ਉਹਦੇ ਤੋਂ ਵੀ ਅਸੀਂ ਖਿੱਚ ਕੇ ਆਕਸੀਜਨ ਰੋਜ਼ 3600 ਦੇ ਕਰੀਬ ਜਿਹੜੇ ਹੈਗੇ ਆ ਸਿਲੰਡਰ ਹੈ, ਮੈਂ ਹਿਸਾਬ ਕਿਤਾਬ ਲਾਇਆ ਸੀ, ਸਾਡੇ ਸਿਲੰਡਰ 3600 ਦੇ ਕਰੀਬ ਸਿਲੰਡਰ ਜਾ ਰਹੇ ਆ ਹਸਪਤਾਲਾਂ ਨੂੰ, ਵੱਡਿਆਂ ਛੋਟਿਆਂ ਨੂੰ ਮਿਲਾ ਕੇ 32 ਟਨ ਆਕਸੀਜਨ ਲੱਗ ਰਹੀ ਹੈ। ਕੀ ਪਰ ਇਹ ਦਿੱਲੀ 'ਚ ਨਹੀਂ ਸੀ ਇੰਡਸਟਰੀ, ਉੱਥੇ ਨਹੀਂ ਸੀ ਆਕਸੀਜਨ ਦੇ ਸਕਦੇ? ਦਿੱਲੀ ਤੋਂ ਵੀ ਜ਼ਿਆਦਾ ਆਪਾਂ ਨੂੰ ਗੁਮਾਨ ਹੈ, ਆਪਾਂ ਸਮਝਦੇ ਹਾਂ ਵੀ ਲੁਧਿਆਣਾ ਪਤਾ ਨਹੀਂ ਕਿੰਨੇ ਕੁ ਜ਼ਿਆਦਾ ਰਿਸੋਰਸਿਸ ਨੇ, ਜਾਂ ਬੰਬਈ ਤੋਂ ਵੀ ਆਪਾਂ ਤਕੜੇ ਹੋ ਗਏ। ਯਾਰ ਮੇਰੀ ਗੱਲ ਸੁਣੋ, ਇਟਸ ਏ ਸੀਰੀਅਸ ਮੈਟਰ, ਤੁਸੀਂ ਸਮਝੋ ਇਸ ਗੱਲ ਨੂੰ। ਮਤਲਬ ਹਰ ਦੇਸ਼ ਦੇ ਹਰ ਸ਼ਹਿਰ ਦੇ ਰਿਸੋਰਸਿਸ ਦੀ ਇੱਕ ਲਿਮਿਟ ਹੈਗੀ ਹੈ। ਜਦੋਂ ਲਿਮਿਟ ਖਤਮ ਹੋ ਗਈ, ਮੰਨ ਲਓ ਹਸਪਤਾਲ ਦੇ ਅੰਦਰ ਬੈੱਡ ਵੀ ਹੋਇਆ, ਤੁਹਾਡੇ ਕੋਲ ਪੈਸੇ ਵੀ ਹੋਏ, ਅਸੀਂ ਤੁਹਾਡੀ ਐਡਮਿਸ਼ਨ ਵੀ ਕਰਾਤੀ, ਸਾਰੀ ਦੀ ਸਾਰੀ ਜਿਹੜੀ ਆਕਸੀਜਨ ਹੈਗੀ ਹੈ ਭਾਈ ਸਾਹਿਬ, ਮੈਂ ਤੁਹਾਨੂੰ ਦੱਸ ਦਿੰਦਾ, ਜਾਂ ਤਾਂ ਬੱਦੀ ਤੋਂ ਆਉਂਦੀ ਹੈਗੀ ਹੈ, ਜਾਂ ਉੱਤਰਾਖੰਡ ਤੋਂ ਆਉਂਦੀ ਹੈ, ਜਾਂ UP ਦੇ ਰੁੜਕੀ ਤੋਂ ਆਉਂਦੀ ਹੈਗੀ ਹੈ, ਜਾਂ ਪਾਣੀਪਤ ਤੋਂ ਆਉਂਦੀ ਹੈ। ਅਸੀਂ ਇੱਥੇ ਵਰਧਮਾਨ ਸਪੈਸ਼ਲ ਸਟੀਲਸ ਨੂੰ ਰਿਕੁਐਸਟ ਕਰਕੇ 1200-1300 ਸਿਲੰਡਰ ਉਹਨਾਂ ਤੋਂ, ਇੱਕ ਵੈਲਟੈਕ ਇੰਡਸਟਰੀ ਹੈ ਉਹਨਾਂ ਤੋਂ 1800 ਸਿਲੰਡਰ ਬਣਦੇ ਆ, 1800 ਸਿਲੰਡਰ ਬਾਹਰੋਂ ਆਉਂਦੇ ਆ। ਜੇ ਕਿਸੇ ਦਿਨ ਖੁਦਾ ਨਾ ਖਾਸਤਾ ਰੋਜ਼ ਦੀ ਰੋਜ਼ ਆਕਸੀਜਨ ਇੱਥੇ ਆਉਂਦੀ ਹੈ, ਕੋਈ ਮੌਸਮ ਖਰਾਬ ਹੋ ਜੇ, ਕੋਈ ਟਰੱਕ ਖਰਾਬ ਹੋ ਜੇ, ਕਿਸੇ ਦਾ ਕੋਈ ਟਾਇਰ ਫਟ ਜੇ, ਔਰ ਆਕਸੀਜਨ ਮਾੜੀ ਜਿਹੀ ਲੇਟ ਹੋ ਜੇ, ਔਰ ਬੰਦੇ ਦੀ ਜੇਬ 'ਚ ਹੋਵੇ 100 ਕਰੋੜ ਰੁਪਈਆ, ਬੈੱਡ 'ਤੇ ਪਿਆ ਹੋਏ ਆਕਸੀਜਨ ਆ ਸਕਦੀ ਹੈ? ਇਟਸ ਅ ਵੈਰੀ ਸੀਰੀਅਸ ਮੈਟਰ। ਤੁਸੀਂ ਸਮਝੋ, ਆਪਾਂ ਆਪਦੇ ਸ਼ਹਿਰ ਦੀਆਂ, ਆਪਣੇ ਹੈਲਥ ਸਿਸਟਮ ਦੀਆਂ ਇੱਕ ਇਹ ਆਊਟਰ ਲਿਮਿਟਸ ਨੂੰ ਸਟ੍ਰੈਚ ਨਾ ਕਰਕੇ ਦੇਖੀਏ ਕਿ ਯਾਰ ਕਿੱਥੋਂ ਤੱਕ ਇਹ ਖਿੱਚਿਆ ਜਾ ਸਕਦਾ ਹੈ। ਹਰ ਚੀਜ਼ ਦੀ ਇੱਕ ਲਿਮਿਟ ਹੈ। ਇਨਫਾਈਨਾਈਟ ਤਾਂ ਜਿਹੜਾ ਹੈਗਾ, ਅਸੀਮਿਤ ਤਾਂ ਸਮੁੰਦਰ ਵੀ ਨਹੀਂ। ਜੇ ਆਪਾਂ ਦੁਪਕਾ ਤੁਪਕਾ ਕਰਕੇ ਡੋਲਣ ਲੱਗੀਏ, ਸਮੁੰਦਰ ਵੀ ਡੁੱਲ ਜੂਗਾ। ਸੋ ਮੈਂ ਦੇਖੋ ਇਸ ਟੀਮ ਦਾ ਇੱਥੋਂ ਦਾ
इंचार्ज होने करके तुहानूं दसना चाहना है कि असी आउटर लिमिट ते आए खड़े हैं। कोई ऐसी स्थिति हो सकती है कि तुहाडे कोल पैसे होण, बैड होए पर ऑक्सीजन ना मिले, तो बचो, रब दे कहर तो बचो, घरां तो निकलो ना। ये सवाल पुछ पुछ के भी किवें चोर रस्ता लंघ जे, किवें पास बन जे। आ डुगरी वगैरह जिहड़ा करफ्यू लाया, ये लोगों का पता नहीं किड्डा क वड्डा फायदा हो जाना। जो कुछ दिल्ली च होया, जे 70 केस रोज़ आ रहे सी, पता नहीं इत्थे ही हो जाता। सो मैं तुहानूं डरा नहीं रहा, मैं तुहानूं सच दस रहा। किरपा करके आपदे घरां च विराजो। दूजी गल ये है, कई लोग कई कम्मां च ये नुक्स कढ़दे आ भी ये गल इदां नहीं होई, इदां नहीं होई। हरेक हस्पताल कोले जिहड़ी एंबूलेंसिस ने वो भी लिमिटेड ने। ये नहीं हुंदा किन्नियां एंबूलेंसिस होणगियां, मान लो 200 होण, 300 होण, 300 दियां मैं 500 कर दवां। अगर मौतां ही तुसीं रोज़ दियां इन्नियां हो रही ने, 14 हो रही ने, एंबूलेंस लई ये गल कई वारी जरूरी हो जाती है भी जिहड़ा बीमार मरीज़ है उहनूं घरों चक के लियाओ। तुहानूं पता है अपने शहर दे अंदर बठिंडे तो ला के ते फाजिलका तो ला के ते चंडीगढ़ तो ला के किहड़े शहर तो मरीज़ आ रहे हैं, 22 के 22 जिले तो मरीज़ आ रहे हैं। फिर बाहरों दिल्ली च बैड खत्म हो गए, हरियाणे के शहरों च बैड खत्म हो गए, राजस्थान तो, हिमाचल तो, जम्मू तो, सब जगह तो इत्थे बंदे भरे पे आ। फिर मिंट च बंदे नुक्स कर देंगे भी इस डैड बॉडी लिए आ एंबूलेंस लेट होगी, इस गल लिए लेट होगी। असी कोई जिम्मेवारी तो नहीं भज रहे, असी कमेटी बनाती, सारे रिसोर्सिस करते, बट वीर मेरे हो इस गल नूं समझो कि जिहड़े साडे रिसोर्सिस ने वो असी जान बचाउण ते लाउणे आ। और रिसोर्सिस की भी एक लिमिट हुंदी हैगी है, और उस लिमिट नूं सोचदे होए जिहड़े लोग भी इस सिस्टम ते प्रैशर थोड़ा घटा सकते हैं, घरां च सिर्फ बैठ के 14 दिन हाइबरनेशन च जाके थोड़ा घट खा लो, घट कमा लो, पर अपनी जान बचा लो, क्योंकि थोड़े बगैर थोड़े परिवार का पिछों किहने देखना, इस गल का सोचो। मैं थोड़े नाल पूरा मन खोल के हुण गल्लां दसतीआं, बाकी फैसला थोड़ा, तुसीं किद्दां करना है। असी डटे हुए हैं, कोई चीज़ की कमी नहीं आउण देवांगे जद तक रिसोर्सिस हैगे ने, और लोग रिस्पॉन्सिबली बिहेव करनगे। हुण तक करते रहे, अगे भी करनगे। 15-20 दिनों की गल है, फिर ये मुड़ के घटना शुरू हो जाना। सारा कुछ आप खुली हवा च मैं भी तुहाडे नाल फिरूंगा, वही आज़ाद फिज़ा दे घूमांगे, इकट्ठे इंजॉय करांगे। रब राखा।